ਵੀਕਲੀ ਇਮੀਗ੍ਰੇਸ਼ਨ ਅਪਡੇਟ ਲੈ ਕੇ ਮੈਂ ਬਰਨ ਕੌਰ ਮਾਨ ਹਾਜ਼ਰ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਅਮਰੀਕਾ ਨੇ ਜਨਵਰੀ ਦੌਰਾਨ ਕਾਬੂ ਕੀਤੇ 1,54,000 ਗੈਰ ਕਾਨੂੰਨੀ ਪ੍ਰਵਾਸੀ। ਆਸਟ੍ਰੇਲੀਆ ਦਾ ਵੱਡਾ ਐਲਾਨ, ਖੇਤਾਂ ਵਿੱਚ ਕੰਮ ਕਰਵਾਉਣ ਲਈ ਲਾਂਚ ਕਰਨ ਜਾ ਰਿਹਾ ਹੈ ਖੇਤੀਬਾੜੀ ਵੀਜ਼ਾ। ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਦਾ ਭਾਰਤੀਆਂ ਨੂੰ ਹੋਵੇਗਾ ਸਭ ਤੋਂ ਵੱਧ ਫਾਇਦਾ। UAE ਵਿੱਚ ਰਹਿਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ, ਫਲਾਈਟ ਟਿਕਟ ਹੋਈ ਸਸਤੀ। ਬ੍ਰਿਟੇਨ ਨੇ ਰੂਸ ਨਾਲ ਤਣਾਅ ਦਰਮਿਆਨ 골ਡਨ ਵੀਜ਼ਾ ਵਿਵਸਥਾ ਕੀਤੀ ਖਤਮ। ਕੈਨੇਡਾ ਇਮੀਗ੍ਰੇਸ਼ਨ ਮੰਤਰੀ ਨੇ ਕੀਤੇ ਵੱਡੇ ਐਲਾਨ। ਵਿਦੇਸ਼ਾਂ ਤੋਂ ਭਾਰਤ ਆਉਣ ਵਾਲਿਆਂ ਲਈ ਅਹਿਮ ਖਬਰ, ਏਅਰਪੋਰਟ ਤੇ ਮਿਲੇਗੀ ਵੱਡੀ ਰਾਹਤ। ਨਿਊਜ਼ੀਲੈਂਡ ਨੇ ਖੋਲੀਆਂ ਆਪਣੀਆਂ ਸਰਹੱਦਾਂ, ਪ੍ਰਵਾਸੀਆਂ ਨੂੰ ਹੋਵੇਗੀ ਵੱਡੀ ਰਾਹਤ। ਆਸਟ੍ਰੇਲੀਆ ਪਹੁੰਚੇ ਵਿਦੇਸ਼ੀ ਸੈਲਾਨੀਆਂ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ। ਫਰਾਂਸ ਨੇ ਕੋਵਿਡ ਨਿਯਮਾਂ ਵਿੱਚ ਦਿੱਤੀ ਵੱਡੀ ਛੋਟ, ਨਹੀਂ ਕੀਤਾ ਜਾਏਗਾ ਯਾਤਰੀਆਂ ਦਾ ਕੋਵਿਡ ਟੈਸਟ। ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋ ਰਹੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਮਾਮੂਲੀ ਕਮੀ ਆਈ ਹੈ, ਪਰ ਬੇਰੰਗ ਚਿੱਠੀ ਵਾਂਗ ਡਿਪੋਰਟ ਕੀਤੇ ਜਾ ਰਹੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਕਈ ਗੁਣਾ ਵਾਧਾ ਦਰਜ ਕੀਤਾ ਗਿਆ। ਜਨਵਰੀ ਮਹੀਨੇ ਦੌਰਾਨ ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਅਧਿਕਾਰੀਆਂ ਨੇ 1.5 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਵਿੱਚੋਂ ਅੱਧੇ ਤੁਰੰਤ ਡਿਪੋਰਟ ਕਰ ਦਿੱਤੇ ਗਏ। 75,455 ਪ੍ਰਵਾਸੀਆਂ ਵਿੱਚੋਂ ਕੁਝ ਇਮੀਗ੍ਰੇਸ਼ਨ ਹਿਰਾਸਤੀ ਕੇਂਦਰ ਵਿੱਚ ਭੇਜੇ ਗਏ, ਜਦਕਿ ਕੁਝ ਪ੍ਰਵਾਸੀਆਂ ਦੇ ਮਾਮਲਿਆਂ ਨੂੰ ਇਮੀਗ੍ਰੇਸ਼ਨ ਅਦਾਲਤਾਂ ਦੇ ਸੁਪਰਦ ਕਰ ਦਿੱਤਾ ਗਿਆ। ਆਸਟ੍ਰੇਲੀਆ ਜਲਦ ਹੀ ਖੇਤਾਂ ਵਿੱਚ ਕੰਮ ਕਰਵਾਉਣ ਲਈ ਖੇਤੀਬਾੜੀ ਵੀਜ਼ਾ ਲਾਂਚ ਕਰਨ ਜਾ ਰਿਹਾ। ਇਸ ਤਹਿਤ ਖੇਤਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਸੱਦਿਆ ਜਾਏਗਾ। ਇਹ ਖੇਤੀਬਾੜੀ ਵੀਜ਼ਾ ਅਕਤੂਬਰ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਖੇਤੀ ਮੰਤਰੀ ਡੇਵਿਡ ਲਿਟਲ ਪ੍ਰਾਊਡ ਨੇ ਕਿਹਾ ਕਿ ਪਿਛਲੇ ਜੂਨ ਵਿੱਚ ਵੀਜ਼ਾ ਤੇ ਕੰਮ ਸ਼ੁਰੂ ਕੀਤਾ ਗਿਆ ਸੀ, ਪਰ ਹੁਣ ਇਹ ਸਾਰਾ ਮਾਮਲਾ ਵਿਦੇਸ਼ ਮੰਤਰੀ ਮਾਰਸ ਪਾਇਨੇ ਨੂੰ ਭੇਜ ਦਿੱਤਾ ਗਿਆ। ਉਮੀਦ ਹੈ ਕਿ ਵਿਦੇਸ਼ ਮੰਤਰੀ ਇਸ ਨੂੰ ਜਲਦੀ ਸਹਿਮਤੀ ਦੇਗੀ। ਹਾਲਾਂਕਿ ਜੂਨ ਵਿੱਚ ਇਹ ਵੀਜ਼ਾ ਕੁਝ ਚੋਣਵੇਂ ਦੇਸ਼ਾਂ ਲਈ ਹੋ ਸਕਦਾ ਹੈ। ਇਸ ਸਮੇਂ ਆਸਟ੍ਰੇਲੀਆਈ ਸਰਕਾਰ 4 ਦੇਸ਼ਾਂ ਦੇ ਨਾਲ ਗੱਲਬਾਤ ਕਰ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਆਸਟ੍ਰੇਲੀਆ ਸੋਮਵਾਰ ਤੋਂ ਅੰਤਰਰਾਸ਼ਟਰੀ ਸੈਲਾਨੀਆਂ ਲਈ ਆਪਣੀ ਸਰਹੱਦ ਖੋਲ੍ਹ ਚੁੱਕਾ ਹੈ। ਲਗਭਗ 2 ਸਾਲ ਮਗਰੋਂ ਇਹ ਫੈਸਲਾ ਲਿਆ ਗਿਆ, ਕਿਉਂਕਿ ਕੋਵਿਡ ਦੇ ਮਾਮਲੇ ਕਾਫੀ ਘਟੇ ਨੇ। ਬਹੁਤ ਸਾਰੇ ਦੇਸ਼ ਪਾਬੰਦੀਆਂ ਘਟਾ ਰਹੇ ਨੇ। ਦੱਸ ਦਈਏ ਕਿ ਕਰੋਨਾ ਵਾਇਰਸ ਕਾਰਨ ਮਾਰਚ 2020 ਵਿੱਚ ਆਸਟ੍ਰੇਲੀਆ ਨੇ ਆਪਣੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਨਵੰਬਰ ਤੋਂ ਪੜਾਅਵਾਰ ਢੰਗ ਨਾਲ ਇਸ ਵਿੱਚ ਢਿੱਲ ਦੇਣੀ ਸ਼ੁਰੂ ਕੀਤੀ ਗਈ ਸੀ। ਇਸ ਤਹਿਤ ਸਭ ਤੋਂ ਪਹਿਲਾਂ ਆਸਟ੍ਰੇਲੀਆਈ ਨਾਗਰਿਕਾਂ, ਫਿਰ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਕਾਮਿਆਂ ਨੂੰ ਆਸਟ੍ਰੇਲੀਆ ਆਉਣ ਦੀ ਆਗਿਆ ਦਿੱਤੀ ਗਈ। ਗੌਰਤਲਬ ਹੈ ਕਿ ਪੱਛਮੀ ਆਸਟ੍ਰੇਲੀਆ, ਜਿੱਥੇ ਕਰੋਨਾ ਵਾਇਰਸ ਦਾ ਪ੍ਰਕੋਪ ਬਹੁਤ ਜ਼ਿਆਦਾ ਸੀ, ਨੇ ਲਗਭਗ 7 ਦਿਨਾਂ ਤੋਂ ਸਖਤ ਸਰਹੱਦਾਂ ਤੇ ਨਿਯੰਤਰਣ ਰੱਖਣ ਤੋਂ ਬਾਅਦ ਫੈਸਲਾ ਕੀਤਾ ਕਿ ਉਹ ਓਮਿਕਰੌਨ ਨਾਲ ਨਜਿੱਠਣ ਅਤੇ ਟ੍ਰਿਪਲ ਵੈਕਸੀਨੇਸ਼ਨ ਕਰਵਾਉਣ ਵਾਲੇ ਸੈਲਾਨੀਆਂ ਲਈ ਦੁਬਾਰਾ ਆਪਣੇ ਬਾਰਡਰ ਖੋਲ੍ਹੇਗਾ। ਕੈਨੇਡਾ ਦੇਸ਼ ਵਿੱਚ ਪ੍ਰਵਾਸੀਆਂ ਦੇ ਆਪਣੇ ਪ੍ਰਸਤਾਵਿਤ ਦਾਖਲੇ ਨੂੰ ਵਧਾ ਰਿਹਾ, ਜਿਸ ਦਾ ਉਦੇਸ਼ 2024 ਵਿੱਚ 4,75,000 ਤੱਕ ਦਾ ਹੈ। ਯੋਜਨਾ ਦੇ ਮੁੱਖ ਲਾਭਪਾਤਰੀਆਂ ਵਿੱਚ ਭਾਰਤੀ ਹੋਣਗੇ, ਕਿਉਂਕਿ ਉਹ ਕੈਨੇਡਾ ਵਿੱਚ ਪ੍ਰਵਾਸੀਆਂ ਦਾ ਇਕੱਲਾ ਸਭ ਤੋਂ ਵੱਡਾ ਸਰੋਤ ਨੇ। ਨਵੇਂ ਟੀਚਿਆਂ ਦਾ ਐਲਾਨ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਸੀਨ ਫਰੇਜ਼ਰ ਦੁਆਰਾ ਕੀਤਾ ਗਿਆ। 2022-24 ਇਮੀਗ੍ਰੇਸ਼ਨ ਪੱਧਰੀ ਯੋਜਨਾ ਦਾ ਉਦੇਸ਼ ਕੈਨੇਡਾ ਦੀ ਆਬਾਦੀ ਦੇ ਲਗਭਗ 1% ਦੀ ਦਰ ਨਾਲ ਪ੍ਰਵਾਸੀਆਂ ਦਾ ਸਵਾਗਤ ਕਰਨਾ ਜਾਰੀ ਰੱਖਣਾ ਹੈ, ਜਿਸ ਵਿੱਚ 2022 ਵਿੱਚ 4,31,645 ਸਥਾਈ ਨਿਵਾਸੀ, 2023 ਵਿੱਚ 4,47,055 ਅਤੇ 2024 ਵਿੱਚ 4,51,000 ਸ਼ਾਮਲ ਨੇ। ਹਾਲਾਂਕਿ ਸਾਲ 2024 ਵਿੱਚ ਗਿਣਤੀ 4,75,000 ਤੱਕ ਪਹੁੰਚ ਸਕਦੀ ਹੈ। ਕੈਨੇਡਾ ਵਿੱਚ ਬਹੁਤੇ ਪ੍ਰਵਾਸੀ ਆਰਥਿਕ ਸ਼੍ਰੇਣੀ ਵਿੱਚ ਨੇ, ਜਿਨ੍ਹਾਂ ਵਿੱਚ ਭਾਰਤੀਆਂ ਦੀ ਗਿਣਤੀ ਲਗਭਗ 60% ਹੈ। ਇਸ ਹਫ਼ਤੇ ਪੇਸ਼ ਕੀਤੀ ਗਈ ਇਮੀਗ੍ਰੇਸ਼ਨ ਤੇ ਸੰਸਦ ਦੀ 2021 ਦੀ ਸਾਲਾਨਾ ਰਿਪੋਰਟ ਨੇ ਦਿਖਾਇਆ ਕਿ ਭਾਰਤ ਕੈਨੇਡਾ ਵਿੱਚ ਪ੍ਰਵਾਸ ਲਈ ਸਭ ਤੋਂ ਵੱਡਾ ਸਰੋਤ ਦੇਸ਼ ਬਣਿਆ ਹੋਇਆ ਹੈ। 2020 ਵਿੱਚ ਕੋਵਿਡ-19 ਮਹਾਮਾਰੀ ਦੇ ਆਉਣ ਨਾਲ ਇਸ ਦੀ ਮਾਤਰਾ ਬਹੁਤ ਘਟ ਗਈ, ਪਰ ਉਸ ਸਾਲ 1,84,606 ਸਥਾਈ ਨਿਵਾਸੀ ਦੇਸ਼ ਵਿੱਚ ਦਾਖਲ ਹੋਏ। ਇਹਨਾਂ ਵਿੱਚ ਭਾਰਤੀ 42,876 ਜਾਂ ਕੁੱਲ ਦਾ 23% ਅਤੇ ਚੀਨ ਦੀ 16,535 ਦੇ ਲਗਭਗ 2.5 ਗੁਣਾ ਗਿਣਤੀ ਹੈ। ਭਾਰਤ 2017 ਦੇ ਬਾਅਦ ਤੋਂ ਲਗਾਤਾਰ ਸਭ ਤੋਂ ਵੱਡਾ ਸਰੋਤ ਦੇਸ਼ ਰਿਹਾ, ਜਦੋਂ ਇਸਨੇ ਸਥਾਈ ਨਿਵਾਸੀਆਂ ਵਿੱਚ ਚੀਨ ਨੂੰ ਪਛਾੜ ਦਿੱਤਾ। 2019 ਵਿੱਚ ਲਗਭਗ 85,593 ਭਾਰਤੀ ਮੂਲ ਦੇ PR, ਕੁੱਲ ਗਿਣਤੀ ਦਾ 1/4 ਕੈਨੇਡਾ ਵਿੱਚ ਦਾਖਲ ਹੋਏ। ਇੱਕ ਬਿਆਨ ਵਿੱਚ ਫਰੇਜ਼ਰ ਨੇ ਕਿਹਾ ਕਿ ਇਮੀਗ੍ਰੇਸ਼ਨ ਨੇ ਕੈਨੇਡਾ ਨੂੰ ਅੱਜ ਦੇ ਦੇਸ਼ ਵਿੱਚ ਢਾਲਣ 'ਚ ਮਦਦ ਕੀਤੀ ਹੈ। ਖੇਤੀ ਅਤੇ ਮੱਛੀ ਫੜਨ ਤੋਂ ਲੈ ਕੇ
ਨਿਰਮਾਣ, ਸਿਹਤ ਸੰਭਾਲ ਅਤੇ ਆਵਾਜਾਈ ਦੇ ਖੇਤਰ ਤੱਕ ਕੈਨੇਡਾ ਪ੍ਰਵਾਸੀਆਂ ਤੇ ਨਿਰਭਰ ਕਰਦਾ ਹੈ। ਅਸੀਂ ਆਰਥਿਕ ਰਿਕਵਰੀ ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਅਤੇ ਇਮੀਗ੍ਰੇਸ਼ਨ ਉੱਥੇ ਪਹੁੰਚਣ ਦੀ ਕੁੰਜੀ ਹੈ। 2020 ਵਿੱਚ ਘੱਟ ਇਮੀਗ੍ਰੇਸ਼ਨ ਦੀ ਪੂਰਤੀ ਲਈ ਸਰਕਾਰ ਨੇ ਆਪਣੀ 2021-23 ਇਮੀਗ੍ਰੇਸ਼ਨ ਪੱਧਰੀ ਯੋਜਨਾ ਵਿੱਚ ਕਲਪਨਾ ਕੀਤੇ ਟੀਚੇ ਨੂੰ ਵਧਾ ਦਿੱਤਾ, ਜਿਸ ਨੇ ਉਹਨਾਂ ਨੂੰ 2021 ਵਿੱਚ 4,01,000, 2022 ਵਿੱਚ 4,11,000 ਅਤੇ 2023 ਵਿੱਚ 4,21,000 ਨਿਰਧਾਰਿਤ ਕੀਤਾ ਹੈ। ਸੰਯੁਕਤ ਅਰਬ ਅਮੀਰਾਤ ਵਿੱਚ ਰਹਿਣ ਵਾਲੇ ਲੱਖਾਂ ਭਾਰਤੀਆਂ ਲਈ ਖੁਸ਼ਖਬਰੀ ਆਈ। ਇਸ ਹਫ਼ਤੇ UAE ਤੋਂ ਭਾਰਤ ਯਾਤਰਾ ਦਾ ਇਸ ਹਫ਼ਤੇ ਕਿਰਾਇਆ ਬਹੁਤ ਸਸਤਾ ਹੋ ਗਿਆ। ਸ਼ਾਰਜਾ ਸਥਿਤ 에ਅਰ ਅਰਬੀਆ ਨੇ ਭਾਰਤ, ਪਾਕਿਸਤਾਨ, ਬੰਗਲਾਦੇਸ਼ ਸਮੇਤ ਕਈ ਦੇਸ਼ਾਂ ਲਈ ਵਿਸ਼ੇਸ਼ ਹਵਾਈ ਕਿਰਾਏ ਦਾ ਐਲਾਨ ਕੀਤਾ। ਇਸ ਦੇ ਜ਼ਰੀਏ ਰਿਟਰਨ ਇਕਨੋਮੀ ਕਲਾਸ ਲਈ ਯਾਤਰੀ 760 ਦਿਰਹਮ ਜਾਂ 15,528 ਰੁਪਏ ਵਿੱਚ ਟਿਕਟ ਬੁੱਕ ਕਰਵਾ ਸਕਦੇ ਨੇ। 에ਅਰ ਅਰਬੀਆ ਪਿਛਲੇ ਕਈ ਮਹੀਨਿਆਂ ਤੋਂ ਅਲ ਖੈਮਾ ਅਤੇ ਸ਼ਾਰਜਾ ਹਵਾਈ ਅੱਡੇ ਲਈ ਸ਼ਟਲ ਬੇਸ ਸੇਵਾ ਵੀ ਜਾਰੀ ਰੱਖੀ ਹੋਈ ਹੈ। ਬਜਟ ਕੈਰੀਅਰ ਕਹੇ ਜਾਣ ਵਾਲੇ 에ਅਰ ਅਰਬੀਆ ਨੇ ਕਿਹਾ ਕਿ ਇਸ ਆਫਰ ਦਾ ਲਾਭ ਲੈਣ ਲਈ ਯਾਤਰੀਆਂ ਨੂੰ 20 ਫਰਵਰੀ ਐਤਵਾਰ ਤੋਂ ਪਹਿਲਾਂ ਟਿਕਟ ਬੁੱਕ ਕਰਵਾਉਣੀ ਹੋਏਗੀ। 에ਅਰ ਅਰਬੀਆ ਬਜਟ ਕਲਾਸ ਵਿੱਚ ਸਭ ਤੋਂ ਵੱਧ ਲੇਗਾ ਰੂਮ ਦੇਣ ਦਾ ਵਾਅਦਾ ਕਰਦਾ ਹੈ। ਲੇਗ ਰੂਮ ਕਿਸੇ ਇੱਕ ਸੀਟ ਤੋਂ ਅੱਗੇ ਵਾਲੀ ਸੀਟ ਦੀ ਦੂਰੀ ਨੂੰ ਕਿਹਾ ਜਾਂਦਾ ਹੈ। ਭਾਰਤੀਆਂ ਲਈ ਕੋਚ ਦਾ ਰਿਟਰਨ ਹਵਾਈ ਕਿਰਾਇਆ 760 ਦਿਰਹਮ ਹੈ। ਦਿੱਲੀ ਅਤੇ ਬੰਬਈ ਲਈ ਇਹ ਕਿਰਾਇਆ 900 ਦਿਰਹਮ ਜਾਂ 18,399 ਰੁਪਏ ਹੈ। ਇਸ ਤੋਂ ਇਲਾਵਾ ਅਹਿਮਦਾਬਾਦ ਲਈ ਕਿਰਾਇਆ 1,050 ਦਿਰਹਮ ਅਤੇ ਬੈਂਗਲੁਰੂ ਲਈ 1,150 ਦਿਰਹਮ ਤੈਅ ਕੀਤਾ ਗਿਆ। UK ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਉਹ ਸੁਰੱਖਿਆ ਚਿੰਤਾਵਾਂ ਦਰਮਿਆਨ ਅਮੀਰ ਵਿਦੇਸ਼ੀ ਨਿਵੇਸ਼ਕਾਂ ਨੂੰ ਰਿਹਾਇਸ਼ ਦੀ ਪੇਸ਼ਕਸ਼ ਕਰਨ ਵਾਲੀ ਇਕੌਥੀ ਗੋਲਡਨ ਵੀਜ਼ਾ ਵਿਵਸਥਾ ਨੂੰ ਖਤਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਬ੍ਰਿਟੇਨ ਰੂਸ ਨਾਲ ਆਪਣੇ ਸੰਬੰਧਾਂ ਦੀ ਸਮੀਖਿਆ ਕਰਨ ਲਈ ਲਗਾਤਾਰ ਦਬਾਅ ਹੇਠ ਸੀ। UK ਦੇ ਗ੍ਰਹਿ ਦਫ਼ਤਰ ਨੇ ਕਿਹਾ ਕਿ ਟੀਅਰ 1 ਨਿਵੇਸ਼ਕ ਵੀਜ਼ਾ ਵਿਵਸਥਾ ਨੇ ਭ੍ਰਿਸ਼ਟ ਅਮੀਰ ਲੋਕਾਂ ਨੂੰ ਬ੍ਰਿਟੇਨ ਵਿੱਚ ਪਹੁੰਚ ਕੇ ਮੌਕੇ ਪ੍ਰਦਾਨ ਕੀਤੇ। ਮੰਤਰਾਲੇ ਨੇ ਕਿਹਾ ਕਿ ਕੁਝ ਮਾਮਲਿਆਂ ਵਿੱਚ ਇਸ ਵੀਜ਼ੇ ਕਾਰਨ ਸੁਰੱਖਿਆ ਚਿੰਤਾਵਾਂ ਪੈਦਾ ਹੋਈਆਂ। ਉਹਨਾਂ ਨੇ ਕਿਹਾ ਕਿ ਕਈ ਕੇਸਾਂ ਵਿੱਚ ਨਜਾਇਜ਼ ਪੈਸੇ ਕਮਾਉਣ ਵਾਲੇ ਅਤੇ ਭ੍ਰਿਸ਼ਟਾਚਾਰ ਨਾਲ ਜੁੜੇ ਲੋਕਾਂ ਨੇ ਵੀ ਇਸ ਵੀਜ਼ੇ ਦਾ ਨਜਾਇਜ਼ ਫਾਇਦਾ ਉਠਾਇਆ। ਯੂਕਰੇਨ ਤੇ ਰੂਸੀ ਹਮਲੇ ਦੇ ਖਤਰੇ ਕਾਰਨ ਬ੍ਰਿਟੇਨ ਵਿੱਚ ਰੂਸ ਦੀ ਪਹੁੰਚ ਨੂੰ ਲੈ ਕੇ ਚਿੰਤਾਵਾਂ ਵੱਧ ਗਈਆਂ ਨੇ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਗੈਰ ਕਾਨੂੰਨੀ ਧਨ ਵਿੱਤ ਤੇ ਲਗਾਮ ਲਗਾਉਣ ਲਈ ਹੈ। ਉਹਨਾਂ ਨੇ ਕਿਹਾ ਕਿ ਮੈਂ ਇਹ ਯਕੀਨੀ ਬਣਾਉਣਾ ਚਾਹੁੰਦੀ ਹਾਂ ਕਿ ਬ੍ਰਿਟਿਸ਼ ਲੋਕਾਂ ਦਾ ਸਿਸਟਮ 'ਚ ਵਿਸ਼ਵਾਸ ਬਣਿਆ ਰਹੇ। ਬ੍ਰਿਟੇਨ ਵਿੱਚ 20 ਲੱਖ ਪੌਂਡ ਜਾਂ ਉਸ ਤੋਂ ਵੱਧ ਦੀ ਰਾਸ਼ੀ ਦਾ ਨਿਵੇਸ਼ ਕਰਨ ਵਾਲਿਆਂ ਨੂੰ ਦੇਸ਼ ਵਿੱਚ ਨਿਵਾਸ ਕਰਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਪਰਿਵਾਰ ਨੂੰ ਵੀ ਨਾਲ ਰੱਖਣ ਦੀ ਆਗਿਆ ਦਿੱਤੀ ਜਾਂਦੀ ਹੈ। ਇਹ ਵੀਜ਼ਾ ਸੰਬੰਧੀ ਨਿਯਮ 2008 ਤੋਂ ਪ੍ਰਭਾਵੀ ਹੈ। ਸਰਕਾਰ ਨੇ ਕਿਹਾ ਕਿ ਉਹ ਤੁਰੰਤ ਪ੍ਰਭਾਵ ਨਾਲ ਸਾਰੇ ਦੇਸ਼ਾਂ ਦੇ ਨਾਗਰਿਕਾਂ ਲਈ ਇਹ ਵੀਜ਼ਾ ਸਹੂਲਤ ਨੂੰ ਬੰਦ ਕਰ ਰਹੀ। ਅਜਿਹੇ ਜ਼ਿਆਦਾਤਰ ਵੀਜ਼ਾ ਧਾਰਕ ਰੂਸੀ ਲੋਕ ਨੇ। ਕੈਨੇਡਾ ਦੀ ਸੰਸਦ ਭਵਨ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਨੂੰ ਕਈ ਦਿਨਾਂ ਤੋਂ ਕਈ ਸੰਸਦ ਮੈਂਬਰਾਂ ਵੱਲੋਂ ਕਈ ਮੁੱਦਿਆਂ ਤੇ ਘੇਰਿਆ ਜਾ ਰਿਹਾ ਸੀ ਤੇ ਕਈ ਮਾਮਲੇ ਜੋ ਲੰਬੇ ਸਮੇਂ ਤੋਂ ਲਟਕੇ ਹੋਏ ਸਨ ਉਹਨਾਂ ਦਾ ਜਵਾਬ ਮੰਗ ਰਹੇ ਸਨ। ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਕਰੋਨਾ ਕਰਕੇ ਸਾਡੀ ਇਮੀਗ੍ਰੇਸ਼ਨ ਦੂਜੇ ਮੁਲਕਾਂ ਦੇ ਮੁਕਾਬਲੇ ਤੇਜ਼ ਰਹੀ ਹੈ ਤੇ ਵੀਜ਼ਾ ਪ੍ਰਣਾਲੀ ਵੀ ਮੱਧਮ ਨਹੀਂ ਹੈ, ਪਰ ਕਈ ਵੀਜ਼ੇ ਸਾਨੂੰ ਰੋਕਣੇ ਪਏ ਜਿਨ੍ਹਾਂ ਵਿੱਚ ਸਪਾਊਸ ਵੀਜ਼ਾ ਵੀ ਹੈ। ਜੋ ਇਹਨਾਂ ਵੀਜ਼ਿਆਂ ਦੀਆਂ ਫਾਈਲਾਂ ਕਾਫੀ ਸਮੇਂ ਤੋਂ ਬੰਦ ਸੀ ਪਰ ਹੁਣ ਇਹਨਾਂ ਨੂੰ ਤੇਜ਼ੀ ਨਾਲ ਵਾਚਿਆ ਜਾ ਰਿਹਾ ਤੇ ਸਪਾਊਸ ਵੀਜ਼ਾ ਅਪਲਾਈ ਕਰਨ ਵਾਲੇ ਮਰਦ ਔਰਤ ਜੋ ਪੜ੍ਹਾਈ ਤੋਂ ਬਾਅਦ ਜਾਂ ਵਰਕ ਪਰਮਿਟ ਤੇ ਹੈ ਉਹਨਾਂ ਨੂੰ ਹਵਾਈ ਅੱਡੇ ਤੇ ਹੀ PR ਵਿੱਚ ਤਬਦੀਲ ਕਰਨ ਲਈ ਕਿਹਾ ਹੈ ਅਤੇ ਇਹ ਵੀਜ਼ੇ ਮਾਰਚ ਦੇ ਪਹਿਲੇ ਹਫ਼ਤੇ ਤੋਂ ਤੇਜ਼ੀ ਨਾਲ ਖੁੱਲ ਰਹੇ ਨੇ। ਉਹਨਾਂ ਨੇ ਕਿਹਾ ਕਿ ਕੈਨੇਡਾ ਵਿੱਚ ਹੁਨਰਮੰਦ ਕਾਮਿਆਂ ਦੀ ਕਮੀ ਨੂੰ ਦੇਖਦੇ ਹੋਏ ਸਾਡੀ ਸਰਕਾਰ ਕਈ ਬਦਲਾਅ ਕਰਕੇ ਉਹਨਾਂ ਨੂੰ ਕੈਨੇਡਾ ਆਉਣ ਦਾ ਮੌਕਾ ਦੇ ਰਹੀ ਹੈ। ਭਾਰਤ ਸਮੇਤ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਕਰੋਨਾ ਵਾਇਰਸ ਦਾ ਕਹਿਰ ਹੌਲੀ-ਹੌਲੀ ਘਟ ਰਿਹਾ ਹੈ। ਇਸ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਹਾਲ ਹੀ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਰਾਹਤ ਦਿੱਤੀ ਹੈ ਅਤੇ ਵਿਦੇਸ਼ੀ ਯਾਤਰੀਆਂ ਨੂੰ ਹੁਣ 7 ਦਿਨਾਂ ਲਈ ਲਾਜ਼ਮੀ ਕੁਆਰੰਟਾਈਨ ਦੇ ਨਿਯਮ ਦੀ ਪਾਲਣਾ ਕਰਨ ਦੀ ਆਗਿਆ ਨਹੀਂ ਹੋਏਗੀ। ਇਸ ਦੇ ਨਾਲ ਹੀ ਜੇਕਰ ਕਿਸੇ ਯਾਤਰੀ ਨੂੰ ਦਿਸ਼ਾ ਨਿਰਦੇਸ਼ ਦੇ ਤਹਿਤ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਤਾਂ ਦਿੱਲੀ ਹਵਾਈ ਅੱਡੇ ਤੇ ਆਉਣ ਵਾਲੇ ਯਾਤਰੀਆਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਵੀ ਲੋੜ ਨਹੀਂ ਪਏਗੀ। ਹੁਣ ਦਿੱਲੀ ਆਫਤ ਪ੍ਰਬੰਧਨ ਅਥਾਰਟੀ ਨੇ ਸਿਹਤ ਅਧਿਕਾਰੀਆਂ ਅਤੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਨੇ ਕਿ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਅੰਤਰਰਾਸ਼ਟਰੀ ਆਮਦ ਲਈ ਕੇਂਦਰ ਦੇ ਸੋਧੇ ਹੋਏ ਕੋਵਿਡ-19 ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਦੱਸ ਦਈਏ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਹਵਾਈ ਅੱਡੇ ਤੇ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ 10 ਫਰਵਰੀ ਨੂੰ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ, ਜਿਸ ਵਿੱਚ ਕੁਆਰੰਟਾਈਨ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਸੀ। ਹਵਾਈ ਅੱਡੇ ਤੇ ਪਹੁੰਚਣ ਤੋਂ ਬਾਅਦ ਯਾਤਰੀਆਂ ਨੂੰ ਇੱਕ ਸਵੈ ਘੋਸ਼ਣਾ ਪੱਤਰ ਭਰਨਾ ਹੋਏਗਾ ਤਾਂ ਜੋ
ਜੇਕਰ ਯਾਤਰੀ ਸੰਕਰਮਿਤ ਪਾਇਆ ਜਾਂਦਾ ਹੈ ਤਾਂ ਉਸਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਪ੍ਰੋਟੋਕਾਲ ਦੇ ਅਨੁਸਾਰ ਇਲਾਜ ਕੀਤਾ ਜਾ ਸਕੇ। ਇਸ ਦੇ ਨਾਲ ਜਿਨ੍ਹਾਂ ਯਾਤਰੀਆਂ ਵਿੱਚ ਲਾਗ ਦੇ ਲੱਛਣ ਦਿਖਾਈ ਦਿੰਦੇ ਨੇ ਉਹਨਾਂ ਨੂੰ ਤੁਰੰਤ ਹਸਪਤਾਲ ਭੇਜਿਆ ਜਾਏਗਾ। ਪ੍ਰੋਟੋਕਾਲ ਦੇ ਤਹਿਤ ਹਵਾਈ ਅੱਡੇ ਤੇ ਪਹੁੰਚਣ ਵਾਲੇ 2% ਯਾਤਰੀਆਂ ਦਾ ਅਚਨਚੇਤ ਟੈਸਟ ਕੀਤਾ ਜਾਵੇਗਾ। ਸਮੁੰਦਰੀ ਕਿਨਾਰੇ ਫਸੇ ਪ੍ਰਵਾਸੀ ਭਾਈਚਾਰਿਆਂ ਨੂੰ ਬਹੁਤ ਜਲਦੀ ਵੱਡੀ ਰਾਹਤ ਮਿਲ ਸਕਦੀ ਹੈ, ਖਾਸ ਤੌਰ ਤੇ ਉਹਨਾਂ ਪ੍ਰਵਾਸੀਆਂ ਲਈ ਜਿਨ੍ਹਾਂ ਦੇ ਵੀਜ਼ਾ ਦੀ ਮਿਆਦ 19 ਮਾਰਚ 2020 ਤੋਂ 13 ਅਪ੍ਰੈਲ 2022 ਤੱਕ ਸ਼ੁਰੂ ਹੋਣ ਵਾਲੀ ਮਿਆਦ ਦੇ ਵਿਚਕਾਰ ਪੂਰੀ ਹੋ ਗਈ। ਪ੍ਰਵਾਸੀ ਯੂਨਾਈਟਿਡ ਸਿੱਖ ਕੌਂਸਲ ਦੇ ਚੇਅਰਪਰਸਨ ਅਤੇ ਸੰਸਥਾਪਕ ਰਾਜੀਵ ਬਾਜਵਾ ਨੇ ਕਾਨੂੰਨੀ ਅਧਿਕਾਰਾਂ ਦੀ ਸਹੀ ਕਾਰਨਾ ਕਰਕੇ ਸਮੇਂ ਸਿਰ ਵਰਤੋਂ ਦੀ ਮਹੱਤਤਾ ਨੂੰ ਦਰਸਾਇਆ। ਬਾਜਵਾ ਨੇ ਆਧਾਰ ਤੇ ਸੰਸਦ ਵਿੱਚ ਇੱਕ ਕਾਨੂੰਨੀ ਪਟੀਸ਼ਨ ਦਾਇਰ ਕੀਤੀ ਜਿਸ ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਨੇ 3 ਫਰਵਰੀ 2022 ਨੂੰ ਕਿਹਾ ਸੀ ਕਿ 13 ਅਪ੍ਰੈਲ 2022 ਤੋਂ ਨਿਊਜ਼ੀਲੈਂਡ ਦੀਆਂ ਸਰਹੱਦਾਂ ਮੌਜੂਦਾ ਆਫਸ਼ੋਰ ਅਸਥਾਈ ਵੀਜ਼ਾ ਧਾਰਕਾਂ ਲਈ ਖੋਲ੍ਹ ਦਿੱਤੀਆਂ ਜਾਣਗੀਆਂ ਜੋ ਅਜੇ ਵੀ ਸੰਬੰਧਿਤ ਵੀਜ਼ਾ ਲੋੜਾਂ ਨੂੰ ਪੂਰਾ ਕਰ ਸਕਦੇ ਨੇ। ਬਾਜਵਾ ਨੇ ਅੱਗੇ ਜ਼ਿਕਰ ਕੀਤਾ ਹੈ ਕਿ ਹਾਲਾਂਕਿ ਵੈਧ ਅਤੇ ਵਰਤਮਾਨ ਵੀਜ਼ਾ ਨਾਲ ਜੁੜੀਆਂ ਸਰਹੱਦੀ ਘੋਸ਼ਣਾ ਉਹਨਾਂ ਸਮੁੰਦਰੀ ਕਿਨਾਰੇ ਫਸੇ ਪ੍ਰਵਾਸੀਆਂ ਲਈ ਪੱਖਪਾਤੀ ਅਤੇ ਬੇਇਨਸਾਫੀ ਹੈ। ਮਾਣਯੋਗ ਜਸਿੰਡਾ ਆਰਡਨ ਦੁਆਰਾ 19 ਮਾਰਚ 2022 ਨੂੰ ਕੀਤੀ ਗਈ ਸੀਮਾ ਬੰਦ ਕਰਨ ਦੀ ਘੋਸ਼ਣਾ ਕਾਰਨ ਉਹਨਾਂ ਦੇ ਵੀਜ਼ਾ ਪ੍ਰਭਾਵਿਤ ਹੋਏ ਨੇ। ਆਸਟ੍ਰੇਲੀਆਈ ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਕਾਰਨ ਲਾਈਆਂ ਗਈਆਂ ਪਾਬੰਦੀਆਂ ਵਿੱਚ ਲਗਭਗ 2 ਸਾਲਾਂ ਬਾਅਦ ਢਿੱਲ ਦੇਣ ਤੋਂ ਬਾਅਦ ਸੋਮਵਾਰ ਨੂੰ ਅੰਤਰਰਾਸ਼ਟਰੀ ਸੈਲਾਨੀ ਅਤੇ ਕਾਰੋਬਾਰੀ ਕੁਝ ਸ਼ਰਤਾਂ ਨਾਲ ਆਸਟ੍ਰੇਲੀਆ ਵਿੱਚ ਦਾਖਲ ਹੋਣੇ ਸ਼ੁਰੂ ਹੋ ਗਏ। ਆਸਟ੍ਰੇਲੀਆ ਦੁਨੀਆ ਦੇ ਉਹਨਾਂ ਦੇਸ਼ਾਂ ਵਿੱਚੋਂ ਇੱਕ ਸੀ ਜਿਸ ਨੇ ਕੋਵਿਡ-19 ਮਹਾਮਾਰੀ ਕਾਰਨ ਬਹੁਤ ਸਖਤ ਕਦਮ ਚੁੱਕੇ। ਕਰੀਬ 2 ਸਾਲ ਬਾਅਦ ਟੀਕਾਕਰਨ ਪੂਰਾ ਕਰਕੇ ਆਏ ਅੰਤਰਰਾਸ਼ਟਰੀ ਯਾਤਰੀਆਂ ਦਾ ਸਿਡਨੀ ਹਵਾਈ ਅੱਡੇ ਤੇ ਸ਼ੁਭਚਿੰਤਕਾਂ ਦੁਆਰਾ ਇੱਕ ਕੋਇਲਾ ਖਿਡੌਣਾ ਹਿਲਾ ਕੇ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਆਸਟ੍ਰੇਲੀਆ ਦੇ ਮਸ਼ਹੂਰ ਭੋਜਨ ਜਿਸ ਵਿੱਚ ਟਿਮ ਟੈਕ, ਚਾਕਲੇਟ, ਬਿਸਕੁਟ ਅਤੇ ਬੇਜ਼ਾਮਾਈਟ ਦੀ ਇੱਕ ਬੋਤਲ ਸ਼ਾਮਲ ਹੈ ਭੇਂਟ ਕੀਤੀ ਗਈ। ਲਾਸ ਏਂਜਲਸ ਤੋਂ ਕੰਟਾਸ ਫਲਾਈਟ ਵਿੱਚ ਪਹਿਲੇ ਯਾਤਰੀਆਂ ਦਾ ਸਵਾਗਤ ਕਰਨ ਲਈ ਫੈਡਰਲ ਸੈਰ ਸਪਾਟਾ ਮੰਤਰੀ ਡੈਨ ਤਿਹਾਨ ਖੁਦ ਸਥਾਨਕ ਸਮੇਂ ਅਨੁਸਾਰ ਸਵੇਰੇ 6:20 ਤੇ ਮੌਜੂਦ ਸਨ। ਉਹਨਾਂ ਨੇ ਆਸਟ੍ਰੇਲੀਆਈ ਪ੍ਰਸਾਰਣ ਕਾਰਪੋਰੇਸ਼ਨ ਟੈਲੀਵਿਜ਼ਨ ਨੂੰ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਡਾ ਸੈਰ ਸਪਾਟਾ ਬਾਜ਼ਾਰ ਮੁੜ ਮਜ਼ਬੂਤੀ ਨਾਲ ਉਭਰੇਗਾ। ਸਾਡੇ ਸ਼ਾਨਦਾਰ ਅਨੁਭਵ ਖਤਮ ਨਹੀਂ ਹੋਏ। ਗ੍ਰਹਿ ਮਾਮਲਿਆਂ ਦੇ ਮੰਤਰੀ ਕੈਰਨ ਐਂਡਰਿਊ ਨੇ ਕਿਹਾ ਕਿ ਟੈਨਿਸ ਦੀ ਖਿਡਾਰੀ ਨੋਵਾਕ ਜੋਕੋਵਿਚ ਵਰਗੀ ਸਥਿਤੀ ਤੋਂ ਬਚਣ ਲਈ ਆਸਟ੍ਰੇਲੀਆ ਪਹੁੰਚਣ ਤੋਂ ਪਹਿਲਾਂ ਸਾਰੇ ਯਾਤਰੀਆਂ ਦੀ ਟੀਕਾਕਰਨ ਸਥਿਤੀ ਦੀ ਜਾਂਚ ਕੀਤੀ ਜਾਏਗੀ। ਜ਼ਿਕਰਯੋਗ ਹੈ ਕਿ ਜੋਕੋਵਿਚ ਨੂੰ ਆਸਟ੍ਰੇਲੀਆ ਰਵਾਨਾ ਹੋਣ ਤੋਂ ਪਹਿਲਾਂ ਸਪੇਨ ਵਿੱਚ ਆਟੋਮੈਟਿਕ ਪ੍ਰਕਿਰਿਆ ਜ਼ਰੀਏ ਵੀਜ਼ਾ ਜਾਰੀ ਕੀਤਾ ਗਿਆ ਸੀ, ਪਰ ਮੈਲਬੌਰਨ ਪਹੁੰਚਣ ਤੇ ਕੋਵਿਡ-19 ਨਿਯਮਾਂ ਕਾਰਨ ਵਾਪਸ ਭੇਜ ਦਿੱਤਾ ਗਿਆ ਸੀ। ਫਰਾਂਸ ਦੀ ਸਰਕਾਰ ਨੇ ਕਿਹਾ ਕਿ ਜ਼ਿਆਦਾਤਰ ਦੇਸ਼ਾਂ ਵਿੱਚ ਓਮਿਕਰੌਨ ਵੈਰੀਐਂਟ ਕਾਰਨ ਮਹਾਮਾਰੀ ਫੈਲੀ ਹੋਈ ਹੈ, ਪਰ ਟੀਕਾਕਰਨ ਮੁਹਿੰਮ ਵੀ ਤੇਜ਼ੀ ਨਾਲ ਚੱਲ ਰਹੀ ਹੈ। ਵੱਡੀ ਗਿਣਤੀ ਵਿੱਚ ਲੋਕਾਂ ਨੂੰ ਟੀਕੇ ਲਗਾਏ ਜਾ ਰਹੇ ਨੇ। ਅਜਿਹੇ ਵਿੱਚ ਯਾਤਰੀਆਂ ਨੂੰ ਟੀਕਾ ਲਗਵਾਉਣਾ ਹੀ ਜ਼ਰੂਰੀ ਹੈ। ਹੁਣ ਕਿਸੇ ਵੀ ਤਰ੍ਹਾਂ ਦਾ ਕੋਵਿਡ ਟੈਸਟ ਨਹੀਂ ਕੀਤਾ ਜਾਏਗਾ। ਹਾਲਾਂਕਿ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਨ੍ਹਾਂ ਯਾਤਰੀਆਂ ਨੇ ਅਜੇ ਤੱਕ ਟੀਕਾਕਰਨ ਨਹੀਂ ਕਰਵਾਇਆ ਉਹਨਾਂ ਦਾ ਕੋਵਿਡ ਟੈਸਟ ਲਾਜ਼ਮੀ ਹੋਵੇਗਾ। ਫਰਾਂਸ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਿਨ੍ਹਾਂ ਯਾਤਰੀਆਂ ਨੇ ਵੈਕਸੀਨ ਨਹੀਂ ਲਈ ਉਹਨਾਂ ਲਈ ਕੋਵਿਡ ਨੈਗੇਟਿਵ ਟੈਸਟ ਦੀ ਰਿਪੋਰਟ ਦਿਖਾਉਣਾ ਅਜੇ ਵੀ ਲਾਜ਼ਮੀ ਹੋਏਗਾ। ਹਾਲਾਂਕਿ ਗ੍ਰੀਨ ਲਿਸਟ ਵਾਲੇ ਦੇਸ਼ਾਂ ਦੇ ਯਾਤਰੀਆਂ ਨੂੰ ਪਹੁੰਚਣ ਤੇ ਕੁਆਰੰਟਾਈਨ ਦੀ ਲੋੜ ਨਹੀਂ ਹੋਏਗੀ। ਇਸ ਦੇ ਨਾਲ ਹੀ ਔਰੇਂਜ ਲਿਸਟ ਵਾਲੇ ਦੇਸ਼ਾਂ ਦੇ ਯਾਤਰੀਆਂ ਨੂੰ ਟੈਸਟ ਕਰਵਾਉਣਾ ਹੋਏਗਾ। ਦਸੰਬਰ ਵਿੱਚ ਓਮਿਕਰੌਨ ਵੈਰੀਐਂਟ ਦੇ ਤੇਜ਼ੀ ਨਾਲ ਫੈਲਣ ਤੋਂ ਬਾਅਦ ਫਰਾਂਸ ਵਿੱਚ ਲਾਗ ਨੂੰ ਰੋਕਣ ਲਈ ਟੈਸਟ ਲਾਜ਼ਮੀ ਕੀਤਾ ਗਿਆ ਸੀ। ਇੱਥੇ ਦੱਸ ਦਈਏ ਕਿ ਫਰਾਂਸ ਵਿੱਚ 2 ਫਰਵਰੀ ਤੋਂ ਕੋਵਿਡ ਪਾਬੰਦੀਆਂ ਨੂੰ ਹੌਲੀ-ਹੌਲੀ ਘੱਟ ਕਰਨਾ ਸ਼ੁਰੂ ਕਰ ਦਿੱਤਾ ਗਿਆ। ਪਹਿਲੇ ਪੜਾਅ ਵਿੱਚ 2 ਫਰਵਰੀ ਤੋਂ ਸੰਗੀਤ ਸਮਾਰੋਹ, ਹਾਲ, ਖੇਡਾਂ ਅਤੇ ਹੋਰ ਸਮਾਗਮਾਂ ਲਈ ਦਰਸ਼ਕਾਂ ਦੀ ਸਮਰੱਥਾ ਸੀਮਾ ਨੂੰ ਖਤਮ ਕਰ ਦਿੱਤਾ ਗਿਆ। ਵੀਕਲੀ ਇਮੀਗ੍ਰੇਸ਼ਨ ਅਪਡੇਟ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਵਰੁਣ ਕੌਰ ਮਾਨ ਨੂੰ ਦਿਓ ਆਗਿਆ। YouTube ਚੈਨਲ ਪੰਜਾਬ ਮੇਲ USA TV ਕਰ ਦਿਓ ਸਬਸਕ੍ਰਾਈਬ। ਸਤਿ ਸ੍ਰੀ ਅਕਾਲ।